ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਅਸੀਂ ਰੋਜ਼ ਹੀ ਅਰਦਾਸ ਕਰਦੇ ਹਾਂ। ਅਰਦਾਸ ਦੇ ਵਿੱਚ ਇਹ ਸ਼ਲੋਕ ਜ਼ਰੂਰ ਪੜ੍ਹਦੇ ਹਾਂ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖ ਰਾਸ, ਤਾਂ ਕੋ ਬਿਗਨ ਨਾ ਕੋ ਲਾਗੇ ਜਾਂ ਕੀ ਪ੍ਰਭ ਅੱਗੇ ਅਰਦਾਸ। ਅਸੀਂ ਅਰਦਾਸ ਕਰਦੇ ਹਾਂ, ਪਰ ਤਿੰਨਾਂ ਤਾਪਾਂ ਦਾ ਜ਼ਿਕਰ ਕਦੀ ਘੱਟ ਹੀ ਹੁੰਦਾ ਹੈ। ਤਿੰਨ ਤਾਪ ਕਿਹੜੇ ਹੁੰਦੇ ਹਨ? ਅਧਿਆਤਮ, ਅਧਿਭੂਤ ਅਤੇ ਅਧਿਦੈਵ। ਇਹ ਤਿੰਨ ਤਰ੍ਹਾਂ ਦੇ ਤਾਪ ਹਨ। ਇਹ ਤਿੰਨ ਤਰ੍ਹਾਂ ਦੇ ਤਾਪ ਨਸ਼ਟ ਹੋ ਜਾਂਦੇ ਹਨ, ਖਤਮ ਹੋ ਜਾਂਦੇ ਹਨ, ਜਿੱਥੇ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ, ਜਿੱਥੇ ਉਹਦੇ ਚਰਨਾਂ ਵਿੱਚ ਸੱਚੇ ਮਨ ਨਾਲ, ਸੱਚੇ ਤਨ ਨਾਲ ਅਤੇ ਸੱਚੀ ਬਾਣੀ ਦੇ ਨਾਲ ਅਰਦਾਸ ਹੁੰਦੀ ਹੈ। ਕਦੀ ਵੀ ਦੋ ਚੀਜ਼ਾਂ ਨਾਲ ਲਾਈਨ ਨਹੀਂ ਬਣਦੀ, ਦੋ ਪੁਆਇੰਟਾਂ ਨਾਲ ਕਦੀ ਲਾਈਨ ਨਹੀਂ ਬਣਦੀ। ਲਾਈਨ ਸਿੱਧੀ ਬਣਦੀ ਹੈ ਤਿੰਨ ਪੁਆਇੰਟਾਂ ਦੇ ਨਾਲ। ਜਦੋਂ ਰਾਈਫਲ ਅਸੀਂ ਚਲਾਉਂਦੇ ਹਾਂ ਤਾਂ ਉਦੋਂ ਮੁੱਢ ਦੇ ਵਿੱਚ ਫੌਜੀਆਂ ਨੂੰ ਵੀ ਦੱਸਦੇ ਹਨ कि ਤਿੰਨਾਂ ਪੁਆਇੰਟਾਂ ਨੂੰ ਦੇਖਣਾ, बैक साइड की यू, फोर साइड की नोक और अपनी आँख टारगेट। तीनों को एक सेध में लाते हुए निशाना लगाओ, निशाना लग जाएगा। तो इस करके ਜਿਹੜੇ ਤਿੰਨੇ ਤਾਪ ਜਿਹੜੇ ਖਤਮ ਹੋ ਜਾਂਦੇ ਹਨ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਨ ਦੇ ਨਾਲ। ਤੀਨੇ ਤਾਪ ਨਿਵਾਰਨਹਾਰ, ਨਿਵਾਰਨਹਾਰ ਹੈ ਉਸ ਦਾ ਨਾਮ। ਤਿੰਨੇ ਤਾਪਾਂ ਨੂੰ ਪਹਿਲਾ ਤਾਪ ਹੈ ਅਧਿਆਤਮ ਤਾਪ। ਅਧਿਆਤਮ ਹਨ ਸਰੀਰ ਦੇ ਜਿਹੜੇ ਦੁੱਖ ਕਲੇਸ਼ ਹਨ, ਬੁਖਾਰ ਚੜ੍ਹਨਾ, ਸਰੀਰ ਦੀ ਕੋਈ ਪ੍ਰੋਬਲਮ ਹੋਣੀ, ਕਿਸੇ ਤਰ੍ਹਾਂ ਦਾ ਸਰੀਰ ਦਾ ਕਸ਼ਟ ਹੋਣਾ, ਕਿਸੇ ਵੀ ਤਰ੍ਹਾਂ ਦਾ ਦੁੱਖ ਸਰੀਰ ਨੂੰ ਹੋਣਾ, ਇਹ ਅਧਿਆਤਮ ਤਾਪ ਹਨ। ਪਹਿਲੇ ਤਾਪ ਜਿਹੜੇ ਹਨ ਉਹ ਸਰੀਰਕ ਕਸ਼ਟ, ਜਿਹੜਾ ਸਰੀਰ ਦਾ ਕਸ਼ਟ ਹੈ ਦੂਰ ਹੋ ਜਾਂਦਾ ਹੈ ਜੇ ਸੱਚੇ ਮਨ ਨਾਲ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ। ਪਰ ਜੇ ਇਕੱਲੀ ਹੀ ਅਰਦਾਸ ਹੀ ਕਰੀਏ ਤਾਂ ਹੋਰ ਕੁਛ ਨਾ ਕਰੀਏ ਤਾਂ ਵੀ ਨਹੀਂ ਗੱਲ ਬਣਦੀ। ਸਿਮਰਨ ਵੀ ਉਹਦਾ ਜ਼ਰੂਰੀ ਹੈ, ਉਹਦਾ ਭਜਨ ਜ਼ਰੂਰੀ ਹੈ, ਸ਼ੁਭ ਕਰਮ ਕਰਨੇ ਜ਼ਰੂਰੀ ਹਨ। ਅਤੇ ਨਿਮਰਤਾ ਵਿੱਚ ਰਹਿ ਕੇ, ਨਿਰਹੰਕਾਰ ਹੋ ਕੇ ਅਰਦਾਸ ਕੀਤੀ ਜਾਵੇ ਗੁਰੂ ਦੇ ਚਰਨਾਂ ਵਿੱਚ ਤਾਂ ਪੂਰੀ ਹੋ ਜਾਂਦੀ ਹੈ। ਇਸ ਕਰਕੇ ਅਧਿਆਤਮ ਤਾਪ ਨਸ਼ਟ ਹੋ ਜਾਂਦੇ ਹਨ, ਸਰੀਰਕ ਕਸ਼ਟ ਜਿਹੜੇ ਨਸ਼ਟ ਹੋ ਜਾਂਦੇ ਹਨ। ਦੂਸਰਾ ਤਾਪ ਹੈ ਅਧਿਭੂਤ। ਅਧਿਭੂਤ ਤਾਪ ਉਹ ਹੁੰਦੇ ਹਨ ਜਿਸ ਤਰ੍ਹਾਂ ਸ਼ੇਰ ਦਾ ਡਰ, ਬਘਿਆੜ ਦਾ ਡਰ, ਚੋਰ ਦਾ ਡਰ, ਕੋਈ ਭੂਤ ਚੁੜੇਲ ਦਾ ਡਰ, ਕੋਈ ਮਨ ਦੇ ਵਿੱਚ ਸਹਿਮ। ਇਹ ਜੋ ਹਨ, ਕਿਸੇ ਯਕਸ਼ ਦਾ ਡਰ, ਇਹ ਸਾਰੇ ਜਿਹੜੇ ਹਨ ਅਧਿਭੂਤ ਤਾਪ ਹਨ। ਅਧਿਭੂਤ ਤਾਪ ਸ਼ੇਰ ਦਾ ਡਰ, ਬਘਿਆੜ ਦਾ ਡਰ, ਭੂਤ ਚੁੜੇਲ ਦਾ ਡਰ ਔਰ ਮਨ ਦਾ ਸਹਿਮ। ਇਹ ਜੋ ਤਾਪ ਹਨ, ਦੂਸਰੇ ਤਾਪ ਹਨ, ਇਹ ਖਤਮ ਹੋ ਜਾਂਦੇ ਹਨ। ਮਨ ਦੇ ਵਿੱਚ ਜਿਹੜਾ ਭੈ ਹੈ ਮੁੱਕ ਜਾਂਦਾ ਹੈ, ਨਿਰਭਉ ਹੋ ਜਾਂਦਾ ਹੈ। ਬਾਣੀ ਆਖਦੀ ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਇਸ ਕਰਕੇ ਦੂਸਰਾ ਤਾਪ ਜਿਹੜਾ ਨਸ਼ਟ ਹੋ ਜਾਂਦਾ ਹੈ। ਤੀਸਰਾ ਤਾਪ ਕਿਹੜਾ ਹੈ? ਅਧਿਦੈਵ। ਅਧਿਦੈਵ ਕਿਸ ਨੂੰ ਆਖਦੇ ਹਨ? ਜਿਹੜਾ ਦੇਵਤਿਆਂ ਦੁਆਰਾ ਦਿੱਤਾ ਹੋਇਆ ਕਸ਼ਟ। ਮੰਨ ਲਓ ਵਾਧੂ ਬਾਰਿਸ਼ ਹੋ ਗਈ, ਹੜ੍ਹ ਆ ਗਏ, ਤੂਫਾਨ ਆ ਗਏ ਅਤੇ ਧਰਤੀ ਖਰਾਬ ਹੋ ਗਈ, ਫਸਲਾਂ ਖਰਾਬ ਹੋ ਗਈਆਂ, ਮਨੁੱਖਾਂ ਦੀ ਜਾਨ ਚਲੇ ਗਈ। ਇਹ ਸਮਝ ਲਓ ਅਧਿਦੈਵ ਤਾਪ ਹਨ। ਮੰਨ ਲਓ ਦੇਵਤਿਆਂ ਦੀ ਕਰੋਪੀ ਹੋਈ, ਇੰਦਰ ਨੇ ਵਰਖਾ ਕੀਤੀ, ਮਨੁੱਖਾਂ ਦਾ ਨੁਕਸਾਨ ਹੋ ਗਿਆ ਜ਼ਿਆਦਾ ਕਰਕੇ। ਅਧਿਆਤਮ, ਅਧਿਭੂਤ ਅਤੇ ਅਧਿਦੈਵ। ਭੁਚਾਲ ਆ ਗਿਆ, ਭੁਚਾਲ ਦੇ ਨਾਲ ਨੁਕਸਾਨ ਹੋ ਗਿਆ, ਧਰਤੀ ਹਿੱਲ ਗਈ। ਫਿਰ ਗਰਮੀ ਜ਼ਿਆਦਾ ਪੈ ਗਈ,
ਜਦੋਂ ਗਰਮੀ ਜ਼ਿਆਦਾ ਪੈ ਗਈ ਮਨੁੱਖਾਂ ਦਾ ਨੁਕਸਾਨ ਹੋਇਆ। ਅੱਧੀ ਠੰਡ ਪੈ ਗਈ ਸਿਆਲ ਦੇ ਵਿੱਚ, ਮਨੁੱਖਾਂ ਦੀ ਜਾਨ ਦਾ ਖਤਰਾ ਬਣ ਗਿਆ। ਅਤੇ ਇਹ ਜਿਹੜੇ ਹਨ ਦੇਵਤਿਆਂ ਦੇ ਦਿੱਤੇ ਹੋਏ ਜਿਹੜੇ ਕਸ਼ਟ ਹਨ, ਇਹ ਤੀਸਰੇ ਤਰ੍ਹਾਂ ਦੇ ਤਾਪ ਹਨ। ਅਧਿਆਤਮ ਸਰੀਰਕ ਦੁੱਖ, ਅਧਿਭੂਤ ਭੂਤ ਚੜੇਲ ਯਕਸ਼, ਸ਼ੇਰ ਬਘਿਆੜ ਦਾ ਡਰ। ਤੀਸਰੇ ਤਾਪ ਹਨ ਅਧਿਦੈਵ, ਦੇਵਤਿਆਂ ਦੇ ਦਿੱਤੇ ਹੋਏ ਕਸ਼ਟ। ਅਤੇ ਬਾਣੀ ਆਖਦੀ ਹੈ ਤਿੰਨੇ ਤਾਪ ਨਿਵਾਰਨ ਹਾਰਾ। ਤਿੰਨ ਤਰ੍ਹਾਂ ਦੇ ਤਾਪ ਹਨ। ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਸੁੱਖਾਂ ਦੀ ਰਾਸ ਹੈ ਉਹ, ਦੁੱਖਾਂ ਨੂੰ ਨਾਸ਼ ਕਰਨੇ ਵਾਲਾ ਹੈ, ਸੁੱਖਾਂ ਦੀ ਰਾਸ ਹੈ। ਤਾਂ ਕੋ ਵਿਘਨ ਨਾ ਕੋ ਲਾਗੇ। ਕੋਈ ਵੀ ਵਿਘਨ ਨਹੀਂ ਲੱਗਦਾ ਪੁਰਸ਼ ਨੂੰ। ਜਾਂ ਕਿ ਪ੍ਰਭ ਅੱਗੇ ਅਰਦਾਸ, ਜਿਹੜਾ ਸੱਚੇ ਮਨ ਦੇ ਨਾਲ ਅਰਦਾਸ ਕਰਦਾ ਹੈ ਉਸ ਦੀ ਅਰਦਾਸ ਪੂਰੀ ਹੋ ਜਾਂਦੀ ਹੈ। ਜਿਸ ਤਰ੍ਹਾਂ ਭਾਈ ਲਹਿਣੇ ਨੇ ਅਰਦਾਸ ਕੀਤੀ ਗੁਰੂ ਨਾਨਕ ਦੇ ਚਰਨਾਂ ਵਿੱਚ, ਅਤੇ ਗੁਰੂ ਸਾਹਿਬ ਨੇ ਉਸ ਨੂੰ ਮਿਲ ਲਿਆ। ਦ੍ਰੋਪਦੀ ਨੇ ਅਰਦਾਸ ਕੀਤੀ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਚਰਨਾਂ ਦੇ ਵਿੱਚ ਚੀਰ ਹਰਨ ਸਮੇਂ। ਉਸ ਸਮੇਂ ਉਸ ਦਾ ਦੁੱਖ ਭਗਵਾਨ ਕ੍ਰਿਸ਼ਨ ਨੇ ਦੂਰ ਕੀਤਾ। ਲੱਖਾਂ ਗਜ ਕੱਪੜੇ ਸਿੱਟ ਦਿੱਤੇ ਉਸ ਦੇ ਅੱਗੇ। ਦਰਜੋਜਨ ਵਰਗੇ ਯੋਧੇ ਸਾੜੀਆਂ ਉਤਾਰਦੇ ਰਹੇ ਪਰ ਥੱਕ ਗਏ, ਦੁਸ਼ਾਸਨ ਵਰਗੇ। ਇਸ ਕਰਕੇ ਸੱਚੇ ਮਨ ਦੇ ਨਾਲ ਕੀਤੀ ਹੋਈ ਅਰਦਾਸ ਪੂਰੀ ਹੋ ਜਾਂਦੀ ਹੈ। ਜਿਹੜਾ ਹਾਥੀ ਸੀ, ਹਾਥੀ ਨੇ ਅਰਦਾਸ ਕੀਤੀ ਕਿ ਮੈਂ ਮਹਾਰਾਜ ਡੁੱਬਣ ਲੱਗਾ ਹਾਂ। ਤੰਦੂਏ ਨੇ ਉਸ ਨੂੰ ਫੜਿਆ ਹੋਇਆ ਸੀ। 27 ਦਿਨ ਆਖਦੇ ਹਨ ਕਿ ਯੁੱਧ ਹੋਇਆ ਸੀ। ਤੰਦੂਆ ਵਿੱਚ ਨੂੰ ਖਿੱਚਦਾ ਹੈ ਅਤੇ ਹਾਥੀ ਬਾਹਰ ਨੂੰ ਖਿੱਚਦਾ ਹੈ। ਸਾਰੇ ਹਾਥੀ ਉਸ ਨੂੰ ਖਿੱਚ ਕੁੱਝ ਕੇ ਹਟ ਗਏ। ਜਦੋਂ ਬਲ ਖਤਮ ਹੋ ਗਿਆ, ਸਾਰਾ ਕੁਛ ਖਤਮ ਹੋ ਗਿਆ, ਹਾਥੀ ਦੀ ਸੁੰਡੀ ਸਿਰਫ ਬਾਹਰ ਹੈਗੀ, ਤਾਂ ਫਿਰ ਉਸ ਵੇਲੇ ਅਰਦਾਸ ਕੀਤੀ ਹਾਥੀ ਨੇ ਕਿ ਮਹਾਰਾਜ ਹੋਰ ਤਾਂ ਮੇਰੇ ਕੋਲ ਕੁਛ ਨਹੀਂ, ਮੈਨੂੰ ਬਚਾ ਲਵੋ। ਮੈਂ ਤੁਹਾਡੇ ਅੱਗੇ ਇਹ ਸਰੋਵਰ ਦਾ ਫੁੱਲ, ਕਮਲ ਫੁੱਲ ਭੇਟ ਕਰਦਾ ਹਾਂ। ਅਤੇ ਉਸੇ ਵੇਲੇ ਭਗਵਾਨ ਨੇ ਆ ਕੇ ਸੁਦਰਸ਼ਨ ਚੱਕਰ ਮਾਰਿਆ ਅਤੇ ਤੰਦੂਏ ਦਾ ਸਿਰ ਕੱਟ ਦਿੱਤਾ ਅਤੇ ਉਸ ਦਾ ਰਕਸ਼ਾ ਕੀਤੀ। ਹਾਥੀ, ਜਾਨਵਰ ਵੀ ਅਰਦਾਸ ਕਰਦੇ ਹਨ ਕਿਉਂਕਿ ਉਹਨਾਂ ਦੇ ਵਿੱਚ ਵੀ ਉਹ ਪਰਮਾਤਮਾ ਹੈ। ਜੋ ਮਨੁੱਖ ਹਨ ਉਹ ਵੀ ਅਰਦਾਸ ਕਰਦੇ ਹਨ, ਦੇਵਤੇ ਵੀ ਅਰਦਾਸ ਕਰਦੇ ਹਨ ਕਿ ਉਹ ਸਾਰਿਆਂ ਦਾ ਮਾਲਕ ਇੱਕ ਭਗਵਾਨ ਹੈ। ਇਸ ਕਰਕੇ ਸੱਚੇ ਮਨ ਨਾਲ ਕੀਤੀ ਹੋਈ ਅਰਦਾਸ ਪੂਰੀ ਹੋ ਜਾਂਦੀ ਹੈ ਜੇਕਰ ਸਹੀ ਢੰਗ ਨਾਲ, ਸਹੀ ਤਰੀਕੇ ਨਾਲ ਕੀਤੀ ਜਾਵੇ। ਅਰਦਾਸਾਂ ਤਾਂ ਰੋਜ਼ ਹੀ ਹੁੰਦੀਆਂ ਹਨ ਪਰ ਪੂਰੀ ਬਿਰਲੇ ਬਿਰਲੇ ਦੀ ਹੁੰਦੀ ਹੈ, ਕਿਉਂਕਿ ਕਿਸੇ ਅਫਸਰ ਦੇ ਕੋਲ ਐਪਲੀਕੇਸ਼ਨ ਦੇਣੀ ਹੋਵੇ ਤਾਂ ਉਸ ਦੇ ਵਿੱਚ ਕਾਇਦੇ ਕਾਨੂੰਨ ਸਹੀ ਹੋਣੇ ਚਾਹੀਦੇ ਹਨ, ਤਾਂ ਕਰਕੇ ਅਫਸਰ ਦੇ ਸਾਈਨ ਹੁੰਦੇ ਹਨ। ਇਸ ਕਰਕੇ ਪ੍ਰਭੂ ਦੇ ਅੱਗੇ ਕੀਤੀ ਹੋਈ ਅਰਦਾਸ ਸਹੀ ਢੰਗ ਨਾਲ, ਸਹੀ ਨਿਯਮਾਂ ਦੇ ਸਹਿਤ ਔਰ ਸ਼ਰਧਾ ਅਤੇ ਵਿਸ਼ਵਾਸ ਨਾਲ ਕੀਤੀ ਜਾਵੇ, ਫਿਰ ਜਾ ਕੇ ਪੂਰੀ ਹੁੰਦੀ ਹੈ। ਸੋ ਪਿਆਰੀ ਸਾਧ ਸੰਗਤ, ਇਹ ਤਿੰਨੇ ਤਾਪ ਦੂਰ ਹੋ ਜਾਂਦੇ ਹਨ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਨ ਦੇ ਨਾਲ। ਸੋ ਅਰਦਾਸ ਕਰੋ, ਐਸੀ ਕਰੋ ਕਿ ਉਹ ਭਗਵਾਨ ਤੱਕ ਪਹੁੰਚ ਜਾਵੇ, ਉਹਦੇ ਹਿਰਦੇ ਤੱਕ ਪਹੁੰਚ ਜਾਵੇ ਅਤੇ ਸਾਡੀ ਉਹ ਰਕਸ਼ਾ ਕਰੇ ਅਤੇ ਸਾਡੇ ਜੀਵਨ ਨੂੰ ਸੁਚੱਜਾ ਬਣਾਵੇ। ਸਾਡਾ ਦੇਵਤਿਆਂ ਵਰਗਾ ਜੀਵਨ ਹੋਵੇ, ਦੇਵਤਿਆਂ ਵਰਗਾ ਰਹਿਣ ਸਹਿਣ ਹੋਵੇ। ਝੂਠ, ਵਿਕਾਰ, ਧਰੋਹ, ਲੋਭ, ਮੋਹ, ਹੰਕਾਰ ਸਾਡੇ ਵਿੱਚੋਂ ਨਿਕਲ ਜਾਣ ਅਤੇ ਸਾਡਾ ਸਿੱਧ ਪੱਧਰਾ ਜੀਵਨ ਹੋ ਕੇ ਅਤੇ ਉਸ ਪ੍ਰਭੂ ਦੇ ਚਰਨਾਂ ਵਿੱਚ ਸਾਡੇ ਸਵਾਸਾਂ ਦਾ ਲੇਖਾ ਲੱਗੇ। ਜਿਸ ਤਰ੍ਹਾਂ ਬਾਣੀ ਦਾ ਫਰਮਾਨ ਹੈ, ਅਰੀ ਜਨ ਮਨ ਮਾਧੋ ਸਿਓ ਲਾਈਏ, ਚਤਰਾਈ ਨਾ ਚਤੁਰਭੁਜ ਪਾਈਏ। ਚਤਰਾਈਆਂ ਕਰਕੇ ਉਹ ਭਗਵਾਨ ਨਹੀਂ ਮਿਲਦਾ, ਭੋਲੇ ਭਾਈ ਮਿਲਦਾ ਹੈ।
भोले पाए मिले रघुराया, ये मन चतराई किने ना पाया। सो प्यारी साध संगत कृपा करे परमेश्वर अपने चरणों में ला के अरदास करावे। सो इतना ही प्रवान करना। वाहिगुरू जी का खालसा, वाहिगुरू जी की फतेह।